परमेश्वर ਦੀ ਹਜ਼ੂਰੀ ਵਿੱਚ ਬੈਠੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਜੈ ਮਸੀਹ ਦੀ। ਅੱਜ ਸਵੇਰ ਦੇ ਸਮੇਂ ਵਿੱਚ ਆਪਾਂ ਪਰਮੇਸ਼ਰ ਦੀ ਹਜ਼ੂਰੀ ਵਿੱਚ ਇਕੱਠੇ ਹੋਏ ਹਾਂ। ਆਓ ਅੱਜ ਦੇ ਦਿਨ ਦੀ ਕਿਰਪਾ ਦੇ ਲਈ ਪ੍ਰਭੂ ਜੀ ਦਾ ਧੰਨਵਾਦ ਕਰਦੇ ਹੋਏ ਪ੍ਰਾਰਥਨਾ ਕਰੀਏ। ਹਾਲੇਲੂਇਆ 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 ਹਾਲੇਲੂਇਆ। ਧੰਨਵਾਦ 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 ਪਿਤਾ ਪਰਮੇਸ਼ਰ, ਸਰਵ ਸ਼ਕਤੀਮਾਨ ਜਿੰਦਾ ਪਰਮੇਸ਼ਰ, ਤੁਹਾਡਾ ਧੰਨਵਾਦ ਕਰਦੇ ਹਾਂ, ਤੁਹਾਡੀ ਤਾਰੀਫ ਕਰਦੇ ਹਾਂ, ਤੁਹਾਡੇ ਨਾਮ ਨੂੰ ਮਹਿਮਾ ਅਤੇ ਵਡਿਆਈ ਦਿੰਦੇ ਹਾਂ ਮੇਰੇ ਪ੍ਰਭੂ ਜੀ। ਤੁਹਾਡੀ ਪਾਵਨ ਹਜ਼ੂਰੀ ਵਿੱਚ ਝੁਕਦੇ ਹਾਂ ਮੇਰੇ ਪਿਤਾ ਪਰਮੇਸ਼ਰ। ਅੱਜ ਦੇ ਸੁੰਦਰ ਦਿਨ ਦੇ ਲਈ ਤੁਹਾਡਾ ਧੰਨਵਾਦ ਕਰਦੇ ਹਾਂ ਪਿਤਾ। ਰਾਤ ਭਰ ਤੁਸੀਂ ਸਾਨੂੰ ਸੰਭਾਲ ਕੇ ਰੱਖਿਆ ਮੇਰੇ ਪ੍ਰਭੂ ਜੀ, ਮਿੱਠੀ ਪਿਆਰੀ ਨੀਂਦ ਦਿੱਤੀ ਮੇਰੇ ਪਿਤਾ ਪਰਮੇਸ਼ਰ। ਪ੍ਰਭੂ ਤੁਹਾਡਾ ਧੰਨਵਾਦ ਕਰਦੇ ਹਾਂ ਪ੍ਰਭੂ ਜੀ। ਅਸੀਂ ਆਪਣੇ ਦਿਨ ਦੇ ਸਾਰੇ ਭਲਾਂ ਨੂੰ ਤੁਹਾਡੇ ਤਾਕਤਵਰ ਹੱਥਾਂ ਵਿੱਚ ਸੌਂਪ ਦਿੰਦੇ ਹਾਂ। ਅਸੀਂ ਵਿਸ਼ਵਾਸ ਕਰਦੇ ਕਿ ਜਿੱਦਾਂ ਰਾਤ ਦੇ ਵੇਲੇ ਤੁਸੀਂ ਸਾਨੂੰ ਸੰਭਾਲ ਕੇ ਰੱਖਿਆ, ਦਿਨ ਦੇ ਵੇਲੇ ਵੀ ਤੁਸੀਂ ਸਾਨੂੰ ਸੰਭਾਲ ਕੇ ਰੱਖੋਗੇ ਪਿਤਾ। ਆਪਣੇ ਸਵਰਗ ਦੂਤਾਂ ਨੂੰ ਸਾਡੇ ਲਈ ਹੁਕਮ ਦਿਓ ਕਿ ਉਹ ਸਾਡੇ ਸਾਰੇ ਰਾਸਤੇ ਵਿੱਚ ਸਾਡੀ ਮਦਦ ਸਹਾਇਤਾ ਕਰਨ। ਹਰ ਇੱਕ ਖਤਰੇ, ਮੁਸੀਬਤ, ਦੁਰਘਟਨਾ, ਪਰੇਸ਼ਾਨੀ ਔਰ ਬਿਮਾਰੀ ਤੋਂ ਸਾਨੂੰ ਬਚਾ ਕੇ ਰੱਖਣ ਪਿਤਾ। ਅਸੀਂ ਅੱਜ ਆਪਣੇ ਦਿਨ ਦੀ ਸ਼ੁਰੂਆਤ ਤੁਹਾਡੇ ਪਵਿੱਤਰ ਵਚਨ ਦੇ ਨਾਲ ਕਰਨ ਜਾ ਰਹੇ ਹਾਂ ਮੇਰੇ ਪ੍ਰਭੂ ਜੀ। ਪਿਤਾ, ਅੱਜ ਦਾ ਦਿੱਤਾ ਹੋਇਆ ਤੁਹਾਡਾ ਇਹ ਖਾਸ ਵਚਨ ਸਾਡੇ ਹਿਰਦਿਆਂ ਦੇ ਅੰਦਰ ਜਮ੍ਹਾਂ ਹੋ ਜਾਵੇ ਔਰ ਸਾਡੇ ਲਈ ਆਸ਼ੀਸ਼ ਤੇ ਬਰਕਤ ਦਾ ਕਾਰਨ ਬਣੇ ਪ੍ਰਭੂ ਜੀ। ਕੋਈ ਵੀ ਸ਼ੈਤਾਨ ਦੀ ਸ਼ਕਤੀ ਇਸ ਸੁੰਦਰ ਸਮੇਂ ਨੂੰ, ਇਸ ਪਾਕ ਵਚਨ ਨੂੰ ਸਾਡੇ ਕੋਲੋਂ ਚੁਰਾ ਨਾ ਪਾਵੇ। ਔਰ ਪ੍ਰਭੂ ਜੀ, ਜੋ ਵੀ ਜਨ ਇਸ ਪਾਕ ਵਚਨ ਨੂੰ ਸੁਣੇ ਉਹ ਤੁਹਾਡੇ ਨਾਮ ਵਿੱਚ ਵਾਧਾ ਔਰ ਤਰੱਕੀ ਕਰਦਾ ਜਾਵੇ। ਅਸੀਂ ਇਹ ਮੰਗਦੇ ਹਾਂ ਸਾਡੇ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਵਿੱਚ, ਆਮੀਨ। ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਜੈ ਮਸੀਹ ਦੀ। ਅੱਜ ਆਪਾਂ ਪਰਮੇਸ਼ਵਰ ਦੁਆਰਾ ਹੋਏ ਵੱਡੇ ਕੰਮਾਂ ਦੀਆਂ ਗਵਾਹੀਆਂ ਨੂੰ ਸੁਣਾਂਗੇ। ਪਹਿਲੀ ਗਵਾਹੀ ਸਿਸਟਰ ਕਮਲਦੀਪ ਕੌਰ ਦੀ ਹੈ, ਜਿਨ੍ਹਾਂ ਦੀ ਇੱਕ ਸਾਈਡ ਪੂਰੀ ਦਰਦ ਹੋ ਰਹੀ ਸੀ। ਸਿਸਟਰ ਨੇ ਵਿਸ਼ਵਾਸ ਨਾਲ ਪ੍ਰੇਅਰ ਲਾਈਨ ਨੰਬਰ ਤੇ ਕਾਲ ਕਰਕੇ ਪ੍ਰੇਅਰ ਕਰਵਾਈ। ਪ੍ਰੇਅਰ ਤੋਂ ਬਾਅਦ ਸਿਸਟਰ ਬਿਲਕੁਲ ਠੀਕ ਹਨ। ਇਸ ਚੰਗਿਆਈ ਲਈ ਪਰਮੇਸ਼ਵਰ ਦਾ ਦਿਲ ਤੋਂ ਧੰਨਵਾਦ ਕਰਦੇ ਹਨ। ਦੂਸਰੀ ਗਵਾਹੀ ਸਿਸਟਰ ਦਲਜੀਤ ਕੌਰ ਦੀ ਹੈ, ਜਿਨ੍ਹਾਂ ਦੇ ਹਸਬੈਂਡ ਉਹਨਾਂ ਨਾਲ ਕਾਫੀ ਟਾਈਮ ਤੋਂ ਗੱਲਬਾਤ ਨਹੀਂ ਸੀ ਕਰ ਰਹੇ, ਜਿਸ ਗੱਲ ਕਰਕੇ ਸਿਸਟਰ ਪਰੇਸ਼ਾਨ ਸਨ। ਸਿਸਟਰ ਨੇ ਵਿਸ਼ਵਾਸ ਨਾਲ ਪ੍ਰੇਅਰ ਲਾਈਨ ਨੰਬਰ ਤੇ ਕਾਲ ਕਰਕੇ ਪ੍ਰੇਅਰ ਕਰਵਾਈ। ਪ੍ਰੇਅਰ ਤੋਂ ਬਾਅਦ ਉਹਨਾਂ ਦੇ ਹਸਬੈਂਡ ਨੇ ਉਹਨਾਂ ਨਾਲ ਵਧੀਆ ਗੱਲਬਾਤ ਕੀਤੀ। ਇਸ ਗਵਾਹੀ ਲਈ ਪਰਮੇਸ਼ਵਰ ਦਾ ਦਿਲ ਤੋਂ ਧੰਨਵਾਦ ਕਰਦੇ ਹਨ। ਅੱਜ ਆਪਾਂ ਜਾਣਾਂਗੇ ਨਵੀਂ ਸ਼ੁਰੂਆਤ ਦੇ ਬਾਰੇ। ਬਹੁਤ ਸਾਰੇ ਭੈਣ ਭਾਈ ਆ ਜੋ ਕਹਿੰਦੇ ਨੇ ਕਿ ਅਸੀਂ ਆਪਣੀ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਕਰਨਾ ਚਾਹੁੰਦੇ ਹਾਂ। ਅਸੀਂ ਬਹੁਤ ਗੁਨਾਹ ਕਰ ਲਿਆ, ਬੜੀਆਂ ਗਲਤੀਆਂ ਸਾਡੇ ਤੋਂ ਹੋ ਗਈਆਂ ਨੇ, ਜਿਹਦੇ ਕਰਕੇ ਅਸੀਂ ਕਸ਼ਟ ਪਾ ਰਹੇ ਹਾਂ, ਦੁੱਖ ਭੋਗ ਰਹੇ ਹਾਂ, ਜਿਹਦੇ ਕਰਕੇ ਸਾਨੂੰ ਵੀ ਲੱਗਦਾ ਕਿ ਅਸੀਂ ਬਹੁਤ ਗਲਤ ਰਾਹ 'ਤੇ ਜਾ ਰਹੇ ਹਾਂ। ਤਾਂ ਅੱਜ ਸਾਰੇ ਗਲਤ ਰਾਹਾਂ ਤੋਂ ਤੌਬਾ ਕਰਨ ਦੇ ਲਈ ਔਰ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਕਰਨ ਦੇ ਲਈ ਕੁਝ ਵਚਨਾਂ ਨੂੰ ਜਾਣਾਂਗੇ। ਸਭ ਤੋਂ ਪਹਿਲਾਂ ਅਸੀਂ ਵਚਨ ਜੋ ਪੜਾਂਗੇ ਰਸੂਲਾਂ ਦੀ ਕਿਤਾਬ 3 ਉਹਦੀ 19 ਨੰਬਰ ਆਇਤ ਨੂੰ। ਇਸ ਲਈ ਤੌਬਾ ਕਰੋ ਅਤੇ ਮੁੜੋ ਕਿ ਤੁਹਾਡੇ ਪਾਪ ਮਿਟਾਏ ਜਾਣ, ਤਾਂ ਜੋ ਪ੍ਰਭੂ ਦੇ ਹਜ਼ੂਰੋਂ ਸੁੱਖ ਦੇ ਦਿਨ ਆਉਣ। ਹਾਲੇਲੂਇਆ। ਪਰਮੇਸ਼ਰ ਦਾ ਵਚਨ ਸਾਨੂੰ ਕੀ ਦੱਸਦਾ? ਕਹਿੰਦਾ ਤੌਬਾ ਕਰ ਤਾਂ ਜੋ ਤੇਰੇ ਪਾਪ ਜਿਹੜੇ ਆ ਉਹ ਮਿਟਾ ਦਿੱਤੇ ਜਾਣ। ਤੌਬਾ ਕਰਨ ਦਾ ਸਭ ਤੋਂ ਪਹਿਲਾ ਅਤੇ ਆਖਰੀ ਰੂਲ ਇਹੀ ਆ ਕਿ ਤੌਬਾ ਤੁਹਾਡੀ ਅਜਿਹੀ ਹੋਣੀ ਚਾਹੀਦੀ ਕਿ ਉਸ ਤੌਬਾ ਤੋਂ ਬਾਅਦ ਤੁਸੀਂ ਫਿਰ ਤੋਂ ਮੁੜ ਕੇ ਉਹ ਪਾਪ ਨਾ ਕਰੋ। ਸੱਚਾ ਪਛਤਾਤਾਪ, ਜਿਹਨੂੰ ਅਸੀਂ ਕਹਿੰਦੇ ਸੱਚਾ ਪਛਤਾਤਾਪ, ਜਿੱਦਾਂ ਪੌਲੁਸ ਨੇ ਕੀਤਾ ਸੀ। ਪੌਲੁਸ ਨੇ ਆਪਣੇ ਆਪ ਨੂੰ ਪ੍ਰਭੂ ਦੇ ਹਜ਼ੂਰ ਨਿਵਾਇਆ ਅਤੇ ਰੋਇਆ ਉਹ, ਔਰ ਉਹਨੇ ਕਿਹਾ ਕਿ ਪਰਮੇਸ਼ਰ, ਮੈਂ ਤੇਰੇ ਲੋਕਾਂ ਨੂੰ ਮਾਰਦਾ ਸੀ ਪਰ ਹੁਣ ਤੂੰ ਮੇਰੀ ਮਦਦ ਕਰ। ਤਾਂ ਜਦੋਂ ਪਰਮੇਸ਼ਰ ਨੇ ਉਹਦੀ ਆਵਾਜ਼ ਨੂੰ ਸੁਣਿਆ ਤਾਂ ਉਹਨੂੰ ਆਪਣੇ ਕੰਮਾਂ ਲਈ ਚੁਣਿਆ। ਜਦੋਂ ਪ੍ਰਭੂ ਨੇ ਕਿਹਾ ਕਿ ਹੇ ਪੌਲੁਸ, ਤੂੰ ਮੈਨੂੰ ਕਿਉਂ ਦੁੱਖ ਦਿੰਦਾ ਆ, ਜਦ ਉਹਨੇ ਪਰਮੇਸ਼ਰ ਦੀ ਆਵਾਜ਼ ਨੂੰ ਸੁਣਿਆ ਤਾਂ ਉਸਨੇ ਤੌਬਾ ਕੀਤੀ ਕਿ ਮੈਂ ਸੱਚਮੁੱਚ ਗਲਤ ਕੰਮ ਕਰ ਰਿਹਾ। ਤਾਂ ਜਦੋਂ ਉਹਨੇ ਸੱਚੇ ਮਨ ਦੇ ਨਾਲ ਆਪਣੇ ਆਪ ਨੂੰ ਪਰਮੇਸ਼ਰ ਅੱਗੇ ਨਿਵਾਇਆ ਤਾਂ ਪਰਮੇਸ਼ਰ ਨੇ ਉਹਨੂੰ ਆਪਣੇ ਸਾਮਰਥ ਦੇ ਨਾਲ, ਆਪਣੇ ਗਿਆਨ ਦੇ ਨਾਲ, ਆਪਣੇ ਆਤਮਾ ਦੇ ਨਾਲ ਭਰਿਆ। ਔਰ ਕਿੰਨਾ ਲੰਮਾ ਸਮਾਂ ਔਰ ਕਿੰਨੇ ਹੀ ਜਗ੍ਹਾ 'ਤੇ ਉਹਨੇ ਪਰਮੇਸ਼ਰ ਦੇ ਨਾਮ ਦਾ ਪ੍ਰਚਾਰ ਕੀਤਾ ਪੱਤਰੀਆਂ ਦੁਆਰਾ। ਔਰ ਜੇਲ੍ਹ ਵਿੱਚ ਬੈਠੇ ਹੋਏ ਨੇ ਉਹਨੇ ਪਰਮੇਸ਼ਰ ਦੇ ਕੰਮ ਨਹੀਂ ਛੱਡੇ। ਉਹਨੇ ਸੱਚੀ ਤੌਬਾ ਕੀਤੀ ਸੀ, ਅਜਿਹੀ ਤੌਬਾ ਜਿਹੜੀ ਉਹਦੇ ਮਰਦੇ ਦਮ ਤੱਕ ਬਣੀ ਰਹੀ। ਭਾਵੇਂ ਉਹਨੂੰ ਜੇਲ੍ਹ 'ਚ ਸਿੱਟਿਆ ਗਿਆ, ਭਾਵੇਂ ਵਾਰ-ਵਾਰ ਕਚਹਿਰੀਆਂ 'ਚ ਲੈ ਕੇ ਗਏ, ਭਾਵੇਂ ਉਹਨੂੰ ਮਾਰਿਆ ਕੁੱਟਿਆ ਗਿਆ, ਭਾਵੇਂ ਉਹਦੇ ਨਾਲ ਬੁਰਾ ਬਿਹੇਵ ਕੀਤਾ ਗਿਆ, ਪਰ ਉਹਦੀ ਤੌਬਾ ਇਹੋ ਜਿਹੀ ਸੀ ਕਿ ਉਹਨੇ ਆਪਣੀ ਤੌਬਾ ਤੋਂ ਬਾਅਦ ਫਿਰ ਮਨ ਨਹੀਂ ਫਿਰਾਇਆ, ਫਿਰ ਉਹ ਸੰਸਾਰਿਕ ਕੰਮਾਂ 'ਚ ਨਹੀਂ ਫਸਿਆ। ਉਹਨੇ ਇਹ ਨਹੀਂ ਸੋਚਿਆ ਕਿ ਇਸ ਤੋਂ ਤਾਂ ਮੈਂ ਚੰਗਾ ਸੀ ਕਿ ਪ੍ਰਭੂ ਦੇ ਲੋਕਾਂ ਨੂੰ ਮਾਰਦਾ ਸੀ, ਹੁਣ ਮੈਂ ਪ੍ਰਭੂ ਦੇ ਜਦੋਂ ਕੰਮ ਕਰਨ ਲੱਗ ਗਿਆ ਮੈਨੂੰ ਵਧੇਰੇ ਦੁੱਖ ਮਿਲ ਰਹੇ ਆ। ਉਹਨੇ ਉਸ ਦੁੱਖਾਂ ਨੂੰ ਹੀ ਕਬੂਲ ਕਰ ਲਿਆ। ਉਹਨੇ ਆਪਣੀ ਤੌਬਾ ਨੂੰ ਅਜਿਹੀ ਤੌਬਾ ਬਣਾਇਆ ਜਿਹੜੀ ਸਦਾ ਦੀ ਤੌਬਾ ਆ। ਕਿਉਂਕਿ ਸਾਨੂੰ ਕੀ ਚਾਹੀਦਾ ਆ? ਸਦਾ ਦਾ ਜੀਵਨ, ਜਿਹਦੇ ਵਿੱਚ ਅਸੀਂ ਸਦਾ ਹੀ ਜੀਵਾਂਗੇ। ਤਾਂ ਫਿਰ ਸਾਨੂੰ ਤੌਬਾ ਵੀ ਸਦਾ ਦੀ ਹੀ ਕਰਨੀ ਪਵੇਗੀ। ਜਦ ਤੱਕ ਸਾਡੇ ਸਾਹ ਚੱਲਦੇ ਨੇ ਉਦੋਂ ਤੱਕ ਪਰਮੇਸ਼ਰ ਦੇ ਨਾਲ ਵਫਾਦਾਰੀ ਦੇ ਵਿੱਚ ਬਣੇ ਰਹਿਣਾ ਪਵੇਗਾ। ਕਿਉਂਕਿ ਜਿਹੜੇ ਵਫਾਦਾਰ ਨਾ ਹੋਣਗੇ ਉਹ ਨਾਸ਼ ਕੀਤੇ ਜਾਣਗੇ, ਪਰ ਜਿਹੜੇ ਵਫਾਦਾਰੀ ਨਾਲ ਤੌਬਾ ਕਰ ਲੈਣਗੇ ਤਾਂ ਉਹਨਾਂ ਦੇ ਪਾਪ ਜਿਹੜੇ ਉਹ ਮਿਟਾ ਦਿੱਤੇ ਜਾਣਗੇ। ਹਾਲੇਲੂਇਆ।
ਅਸੀਂ ਦਿਨ ਭਰ ਵਿੱਚ ਅਨੇਕਾਂ ਹੀ ਗਲਤੀਆਂ, ਗੁਨਾਹ, ਪਾਪ, ਅਪਰਾਧ ਕਰਦੇ ਹਾਂ। ਵੇਖਣ ਦੁਆਰਾ, ਬੋਲਣ ਦੁਆਰਾ, ਸੋਚਣ ਦੁਆਰਾ, ਕਹਿਣ ਦੁਆਰਾ, ਕਰਨ ਦੁਆਰਾ। ਬਹੁਤ ਵਾਰ ਅਸੀਂ ਪਾਪੀਆਂ ਦੀ ਮੰਡਲੀ 'ਚ ਬਹਿੰਦੇ, ਮੁਖੌਲਿਆਂ ਦੀ ਮੰਡਲੀ 'ਚ ਬਹਿੰਦੇ, ਅਸੀਂ ਕਿਸੇ ਨਾ ਕਿਸੇ ਗੱਲ 'ਚ ਹਾਮੀ ਭਰਦੇ ਤਾਂ ਅਸੀਂ ਵੀ ਉਸ ਪਾਪ ਦੇ ਹਿੱਸੇਦਾਰ ਵਿੱਚ ਬਣ ਜਾਂਦੇ ਹਾਂ। ਤਾਂ ਉਹਨਾਂ ਸਾਰੇ ਗਲਤੀਆਂ, ਗੁਨਾਹਾਂ, ਪਾਪਾਂ, ਅਪਰਾਧਾਂ ਤੋਂ ਸੱਚੀ ਤੌਬਾ ਸਾਨੂੰ ਕਰਨੀ ਪਏਗੀ। ਸਾਨੂੰ ਬਿਲਕੁਲ ਸੰਸਾਰ ਤੋਂ ਮੂੰਹ ਮੋੜਨਾ ਪਵੇਗਾ, ਆਪਣੇ ਮੂੰਹ ਦੇ ਉੱਤੇ ਕੰਟਰੋਲ ਕਰਨਾ ਪਵੇਗਾ, ਵਿਅਰਥਾ ਬੋਲਣਾ ਰੋਕਣਾ ਪਵੇਗਾ, ਆਪਣੇ ਦਿਮਾਗ ਉੱਤੇ, ਆਪਣੇ ਆਤਮਾ ਦੇ ਉੱਤੇ ਕੰਟਰੋਲ ਕਰਨਾ ਪਵੇਗਾ, ਵਿਅਰਥ ਦਾ ਸੋਚਣਾ ਰੋਕਣਾ ਪਵੇਗਾ। ਕਹਿੰਦਾ ਜੇ ਤੁਸੀਂ ਇਸ ਤਰ੍ਹਾਂ ਤੌਬਾ ਕਰੋ ਅਤੇ ਮੁੜੋ ਤਾਂ ਤੁਹਾਡੇ ਪਾਪ ਮਿਟਾ ਦਿੱਤੇ ਜਾਣਗੇ। ਹਾਲੇਲੂਇਆ। ਪਰ ਅਸੀਂ ਜਦੋਂ ਵੇਖੀਏ ਕਿ ਅਸੀਂ ਆਪਣੀ ਜ਼ਿੰਦਗੀ 'ਚ ਕਿੰਨੇ ਹੀ ਪਾਪ ਕੀਤੇ। ਬਹੁਤੇ ਭਰਾ ਨੇ ਜੋ ਨਸ਼ੇ ਕਰਦੇ ਨੇ, ਜਾਂ ਫਿਰ ਪਰਾਈ ਔਰਤ ਦੇ ਲਾਲਚ ਵਿੱਚ ਨੇ, ਜਾਂ ਫਿਰ ਘਰ ਦੇ ਵਿੱਚ ਲੜਾਈ ਝਗੜਾ ਕਰਦੇ ਨੇ। ਬਹੁਤੀਆਂ ਭੈਣਾਂ ਨੇ ਜੋ ਵਿਅਰਥ ਦਾ ਬੋਲਦੀਆਂ, ਬਹੁਤਾ ਬੋਲਦੀਆਂ, ਲੜਾਈ ਝਗੜੇ ਦਾ ਕਾਰਨ ਬਣਦੀਆਂ, ਪਰਾਏ ਮਰਦ ਦਾ ਲਾਲਚ ਰੱਖਦੀਆਂ, ਪਰਮੇਸ਼ਰ ਦੇ ਗਿਆਨ ਨੂੰ ਇਗਨੋਰ ਕਰਦੀਆਂ, ਪਰ ਬਹੁਤਿਆਂ ਦੇ ਨੁਕਸਾਨ ਦਾ ਕਾਰਨ ਬਣਦੀਆਂ। ਇਸੇ ਤਰ੍ਹਾਂ ਆਦਮੀ ਔਰ ਔਰਤ ਦੋਨਾਂ ਨੂੰ ਹੀ ਚਾਹੀਦਾ ਆ ਕਿ ਉਹ ਸੱਚੇ ਮਨ ਦੇ ਨਾਲ ਤੌਬਾ ਕਰੇ, ਕਿਉਂਕਿ ਹਰ ਇੱਕ ਪਰਸਨ ਤੋਂ ਗਲਤੀਆਂ ਹੋ ਜਾਂਦੀਆਂ। ਜੇ ਪਰਮੇਸ਼ਰ ਨੇ ਇਹ ਕਹਿੰਦਾ ਕਿ ਤੌਬਾ ਨਾ ਕਰੋ ਕਿਉਂਕਿ ਤੁਸੀਂ ਪਹਿਲਾਂ ਹੀ ਪਵਿੱਤਰ ਆ, ਜੇ ਉਹਨੂੰ ਇਹ ਲੱਗਦਾ ਕਿ ਇਨਸਾਨ ਕਦੇ ਵੀ ਗਲਤੀਆਂ ਨਾ ਕਰੇਗਾ, ਯਿਸੂ ਮਸੀਹ ਨੇ ਉਹਨਾਂ ਦੇ ਪਾਪ ਮਾਫ ਕਰ ਦਿੱਤੇ, ਤਾਂ ਉਹ ਕਦੇ ਨਾ ਕਹਿੰਦਾ ਵੀ ਤੌਬਾ ਕਰੋ ਤੇ ਬਪਤਿਸਮਾ ਲਓ। ਬੇਸ਼ੱਕ ਯਿਸੂ ਮਸੀਹ ਨੇ ਪਾਪ ਮਾਫ ਕਰ ਦਿੱਤੇ ਸੀ, ਪਰ ਯਿਸੂ ਮਸੀਹ ਨੇ ਵੀ ਇਹ ਸ਼ਬਦ ਕਹੇ ਸੀ ਕਿ ਤੌਬਾ ਕਰੋ ਅਤੇ ਬਪਤਿਸਮਾ ਲਓ, ਕਿਉਂਕਿ ਉਹਨੂੰ ਪਤਾ ਸੀ ਕਿ ਮੇਰੇ ਜਾਣ ਤੋਂ ਬਾਅਦ ਫਿਰ ਤੋਂ ਪਾਪ ਹੋਣਗੇ, ਇਹ ਕਰਨਗੇ ਪਾਪ, ਕਿਉਂਕਿ ਇਹ ਇਨਸਾਨ ਹੈ, ਇਹ ਸੁਧਰ ਨਹੀਂ ਸਕਦੇ। ਉਹਨੇ ਕੀ ਕਿਹਾ ਸੀ? ਜਿਹੜਾ ਤੌਬਾ ਕਰੇ, ਪਿਤਾ, ਪੁੱਤਰ, ਪਵਿੱਤਰ ਆਤਮਾ ਦੇ ਨਾਮ ਦਾ ਬਪਤਿਸਮਾ ਲਵੇ, ਉਹ ਸ਼ੁੱਧ ਕੀਤਾ ਜਾਵੇਗਾ, ਉਹਦੇ ਪਾਪ ਮਾਫ ਕਰ ਦਿੱਤੇ ਜਾਣਗੇ। ਇਹਦਾ ਮਤਲਬ ਉਹਨੂੰ ਪਤਾ ਸੀ ਕਿ ਪਾਪ ਕਰਨਗੇ, ਇਸ ਕਰਕੇ ਉਹਨੇ ਇਹ ਕਨਸੈਪਟ ਪਹਿਲਾਂ ਹੀ ਰੈਡੀ ਕਰ ਰੱਖਿਆ ਸੀ। ਬਪਤਿਸਮਾ ਭਾਵੇਂ ਯਿਸੂ ਮਸੀਹ ਦੇ ਆਉਣ ਤੋਂ ਪਹਿਲਾਂ ਹੀ ਦਿੱਤਾ ਜਾ ਰਿਹਾ ਸੀ, ਪਰ ਜੇ ਯਿਸੂ ਮਸੀਹ ਨੇ ਸਾਡੇ ਪਾਪ ਚੱਕ ਲਏ ਸੀ ਤਾਂ ਸਾਡੇ ਲਈ ਇਹ ਸ਼ਬਦ ਕਹੇ ਨਾ ਜਾਂਦੇ ਕਿ ਤੌਬਾ ਲਓ, ਕਰੋ ਅਤੇ ਬਪਤਿਸਮਾ ਲਓ। ਇਹਦਾ ਮਤਲਬ ਉਹ ਜਾਣਦੇ ਸੀ ਕਿ ਪਾਪ ਕੀਤੇ ਜਾਣਗੇ, ਤੇ ਜਦੋਂ ਜਾਣਦੇ ਸੀ ਤਾਂ ਉਹਨਾਂ ਨੇ ਉਸ ਪਾਪਾਂ ਤੋਂ ਕੱਢਣ ਦੇ ਲਈ ਸਾਨੂੰ ਰਾਹ ਵੀ ਬਣਾਇਆ, ਉਹ ਰਾਹ ਬਪਤਿਸਮੇ ਦਾ, ਤੌਬਾ ਦਾ। ਔਰ ਕਹਿੰਦਾ ਜਿਹੜਾ ਸੱਚੀ ਤੌਬਾ ਕਰੇ ਤਾਂ ਉਹਦੇ ਪਾਪ ਮਿਟਾ ਵੀ ਦਿੱਤੇ ਜਾਣਗੇ। ਇਸ ਲਈ ਸੱਚੇ ਤਰੀਕੇ ਦੇ ਨਾਲ, ਪੂਰਨ ਰੀਤੀ ਦੇ ਨਾਲ ਮਨ ਫਿਰਾਓ, ਪਰਮੇਸ਼ਰ ਵੱਲ ਮੁੜੋ। ਕਹਿੰਦਾ ਜਦੋਂ ਤੁਸੀਂ ਤੌਬਾ ਕਰੋਗੇ ਤੁਹਾਡੇ ਪਾਪ ਤਾਂ ਮਿਟਾ ਦਿੱਤੇ ਜਾਣਗੇ, ਤੇ ਨਾਲ ਦੇ ਨਾਲ ਕਹਿੰਦਾ ਪਰਮੇਸ਼ਰ ਦੇ ਹਜ਼ੂਰੋਂ ਸੁੱਖ ਦੇ ਦਿਨ ਵੀ ਤੁਹਾਡੇ ਲਈ ਆਉਣਗੇ। ਹਾਲੇਲੂਇਆ। ਹੁਣ ਇਸ ਸੁੱਖ ਦੇ ਦਿਨਾਂ ਦੇ ਲਈ ਨਹੀਂ, ਪਰ ਆਪਣੀ ਜ਼ਿੰਦਗੀ ਨੂੰ ਬਦਲਣ ਦੇ ਲਈ, ਪ੍ਰਭੂ ਦੀ ਨਿਗਾਹ ਦੇ ਵਿੱਚ ਭਲੇ ਬਣਨ ਦੇ ਲਈ, ਪਰਮੇਸ਼ਰ ਦੀ ਨਿਗਾਹ ਦੇ ਵਿੱਚ ਉਹ ਇਨਸਾਨ ਬਣਨ ਦੇ ਲਈ ਜਿਹੜਾ ਉਹਦੀ ਆਗਿਆਕਾਰੀ ਕਰਦਾ। ਭਾਵੇਂ ਦੁੱਖ ਹੀ ਕਿਉਂ ਨਾ ਹੋਣ, ਮੁਸੀਬਤਾਂ ਹੀ ਕਿਉਂ ਨਾ ਹੋਣ, ਪਰ ਅਸੀਂ ਉਸ ਵਚਨ ਦੇ ਉੱਤੇ ਬਣੇ ਰਹਿਣਾ ਕਿ ਪਰਮੇਸ਼ਰ ਮੈਂ ਤੌਬਾ ਕਰਦਾ ਔਰ ਕਿਸੇ ਵੀ ਹਾਲ ਵਿੱਚ ਮੈਂ ਫਿਰ ਤੋਂ ਪਾਪ ਨਾ ਕਰਾਂਗਾ, ਕਿਉਂਕਿ ਸੁੱਖ ਦੇ ਦਿਨ ਆਉਣਾ ਇੱਕ ਬਹੁਤ ਵੱਡੀ ਗੱਲ ਆ। ਉਹਦੇ ਲਈ ਸਾਨੂੰ ਬੜੀ ਮਿਹਨਤ ਕਰਨੀ ਪਵੇਗੀ। ਦੁੱਖਾਂ ਦਾ ਆਉਣਾ ਵੀ ਸਾਡੀ ਜ਼ਿੰਦਗੀ ਜ਼ਰੂਰੀ ਹੈ। ਇਹ ਨਹੀਂ ਹੈਗਾ ਕਿ ਜੇ ਅਸੀਂ ਤੌਬਾ ਕਰ ਲਾਂਗੇ ਤਾਂ ਦੁੱਖ ਸਦਾ ਲਈ ਚਲੇ ਜਾਣਗੇ, ਕਿਉਂਕਿ ਵਚਨ ਸਾਨੂੰ ਦੱਸਦਾ, ਅਸੀਂ ਵਚਨ 'ਚੋਂ ਪੜਾਂਗੇ ਅਯੂਬ 5:6 ਔਰ 7 ਨੰਬਰ ਆਇਤ ਨੂੰ, ਦੁੱਖ ਤਾਂ ਮਿੱਟੀ ਵਿੱਚੋਂ ਨਹੀਂ ਨਿਕਲਦਾ, ਨਾ ਕਸ਼ਟ ਭੂਮੀ ਵਿੱਚੋਂ ਉਗਦੇ ਹਨ। ਜਿਵੇਂ ਚੰਗਿਆੜੇ ਉਤਾਹਾਂ ਉੱਡਦੇ ਹਨ, ਤਿਵੇਂ ਹੀ ਮਨੁੱਖ ਕਸ਼ਟ ਭੋਗਣ ਲਈ ਹੀ ਜੰਮਦਾ ਹੈ। ਹਾਲੇਲੂਇਆ। ਪ੍ਰਭੂ ਦਾ ਵਚਨ ਸਾਨੂੰ ਕੀ ਦੱਸਦਾ ਕਿ ਇਨਸਾਨ ਦਾ ਜਨਮ ਕਾਹਦੇ ਲਈ ਹੋਇਆ? ਦੁੱਖ ਭੋਗਣ ਦੇ ਲਈ। ਅਜਿਹਾ ਕਿਉਂ ਕਿਹਾ? ਕਿਉਂਕਿ ਅਸੀਂ ਪੁਰਾਣੇ ਆਇਤਨਾਮੇ 'ਚ ਜਦੋਂ ਪੜ੍ਹਦੇ ਹਾਂ, ਜਦੋਂ ਆਦਮ ਤੇ ਹਵਾ ਨੇ ਅਣਆਗਿਆਕਾਰੀ ਕੀਤੀ ਸੀ ਤਾਂ ਉਸ ਸਮੇਂ ਪਰਮੇਸ਼ਰ ਨੇ ਉਹਨਾਂ ਨੂੰ ਸ਼ਰਾਪ ਦਿੱਤਾ ਸੀ, ਕਿਹਾ ਸੀ ਕਿ ਜਦ ਤੱਕ ਤੁਸੀਂ ਧਰਤੀ ਰਹੋਗੇ ਦੁੱਖ ਭੋਗੋਗੇ, ਤੁਸੀਂ ਖੂਨ ਪਸੀਨਾ ਵਹਾਓਗੇ, ਜਦ ਤੱਕ ਤੁਹਾਡੇ ਸਾਹ ਚੱਲਣਗੇ ਤੁਸੀਂ ਆਪਣੇ ਆਪ ਨੂੰ ਜਾਂ ਆਪਣੇ ਬੱਚਿਆਂ ਦੇ ਲਈ ਭੋਜਨ ਵਸਤਾਂ ਇਕੱਠੀਆਂ ਕਰਨ ਦੇ ਲਈ ਬੜੀ ਮਿਹਨਤ ਕਰੋਗੇ, ਤੁਸੀਂ ਪਸੀਨਾ ਵਹਾਓਗੇ ਤਾਂ ਉਸ ਭੂਮੀ ਦੇ ਵਿੱਚੋਂ ਜੋ ਫਲ ਨਿਕਲੇਗਾ ਉਹ 'ਚੋਂ ਵੀ ਤੁਸੀਂ ਸੰਤੁਸ਼ਟ ਨਹੀਂ ਹੋਗੇ। ਔਰ ਹਵਾ ਨੂੰ ਕਿਹਾ ਸੀ ਕਿ ਤੂੰ ਬਹੁਤਾ ਦੁੱਖ ਭੋਗੇਂਗੀ। ਮਤਲਬ ਪਰਮੇਸ਼ਰ ਨੇ ਜੋ ਵਚਨ ਕਹੇ ਸੀ ਉਹ ਪੂਰੇ ਜ਼ਰੂਰ ਹੋਣੇ ਆ। ਇਹ ਨਹੀਂ ਸੀ ਕਿ ਸਿਰਫ ਆਦਮ ਤੇ ਹਵਾ ਲਈ ਸੀ, ਪੂਰੀ ਸ੍ਰਿਸ਼ਟੀ ਦੇ ਲਈ ਉਹ ਸ਼ਰਾਪ ਸੀਗਾ, ਕਿਉਂਕਿ ਜੋ ਵੀ ਜਨ ਨਿਕਲਿਆ ਉਹਦੇ ਵਿੱਚੋਂ ਹੀ ਨਿਕਲਿਆ ਔਰ ਸਾਰੇ ਉਸੇ ਦੀ ਹੀ ਸੰਤਾਨ ਆ, ਉਹਦੇ ਦੁਆਰਾ ਹੀ ਸਾਰੇ ਪੈਦਾ ਹੋਏ, ਉਸੇ ਤੋਂ ਹੀ ਪੂਰੀ ਸ੍ਰਿਸ਼ਟੀ ਭਰੀ। ਤਾਂ ਉਹਨੇ ਜੋ ਗੱਲ ਕਹੀ ਸੀ ਉਹ ਸਿਰਫ ਉਹਨਾਂ ਦੋਨਾਂ ਦੇ ਲਈ ਨਹੀਂ, ਪਰ ਸਾਰੀ ਸ੍ਰਿਸ਼ਟੀ ਲਈ ਸੀ ਕਿ ਤੁਸੀਂ ਜਦ ਤੱਕ ਧਰਤੀ 'ਤੇ ਰਹੋਗੇ ਦੁੱਖ ਭੋਗੋਗੇ। ਹਰ ਇੱਕ ਇਨਸਾਨ, ਚਾਹੇ ਕੋਈ ਧਰਮੀ ਆ ਚਾਹੇ ਪਾਪੀ ਆ, ਹਰ ਇੱਕ ਇਨਸਾਨ ਦੁੱਖਾਂ ਵਿੱਚ ਘਿਰਿਆ। ਜਿਹੜਾ ਤਾਂ ਪਾਪੀ ਆ ਉਹ ਇਸ ਕਰਕੇ ਦੁੱਖਾਂ ਵਿੱਚ ਪਿਆ ਹੋਇਆ ਕਿਉਂਕਿ ਉਹਨੇ ਪਾਪ ਕੀਤੇ ਤੇ ਉਹਦੇ ਪਾਪਾਂ ਦੀ ਸਜ਼ਾ ਉਹਨੂੰ ਮਿਲ ਰਹੀ ਆ। ਪਰ ਜਿਹੜਾ ਧਰਮੀ ਆ ਉਹ ਇਸ ਕਰਕੇ ਪਾਪਾਂ 'ਚ ਪਿਆ ਕਿਉਂਕਿ ਉਹਨੇ ਧਾਰਮਿਕਤਾ ਦਾ ਰਾਹ ਫੜ ਲਿਆ ਆ।
ਪਰ ਜਿਹੜਾ ਦੁਸ਼ਟ ਆ ਉਹ ਨਹੀਂ ਚਾਹੁੰਦਾ ਕਿ ਇਹ ਵਫਾਦਾਰੀ 'ਚ ਬਣਿਆ ਰਵੇ ਤੇ ਇਹ ਪਰਮੇਸ਼ਰ ਨੂੰ ਪ੍ਰਾਪਤ ਕਰ ਲਵੇ। ਉਹ ਚਾਹੁੰਦਾ ਆ ਵੀ ਇਹਦਾ ਨਾਸ਼ ਹੋ ਜਾਵੇ, ਉਹ ਚਾਹੁੰਦਾ ਆ ਵੀ ਇਹ ਰਾਹ ਤੋਂ ਮੁੜ ਆਵੇ। ਉਹ ਤੁਹਾਡੀ ਸੱਚੀ ਤੌਬਾ ਨੂੰ ਭੰਗ ਕਰਨਾ ਚਾਹੁੰਦਾ ਆ। ਉਹ ਤੁਹਾਡੇ ਰਾਹ ਦੇ ਵਿੱਚ ਰੁਕਾਵਟਾਂ ਤੇ ਮੁਸ਼ਕਿਲਾਂ ਨੂੰ ਖੜਿਆ ਕਰਦਾ ਤਾਂ ਜੋ ਇਹ ਫਿਰ ਤੋਂ ਉਸੇ ਪਾਪਾਂ ਦੇ ਰਾਹ ਤੇ ਆਵੇ, ਧਰਮ ਦੇ ਰਾਹ ਤੋਂ ਤੌਬਾ ਕਰ ਦੇਵੇ। ਪਰ ਅਸੀਂ ਪਾਪਾਂ ਤੋਂ ਤੌਬਾ ਕਰਨੀ ਆ, ਗੁਨਾਹਾਂ ਤੋਂ ਤੌਬਾ ਕਰਨੀ, ਧਰਮ ਦੇ ਰਾਹ ਨੂੰ ਜਦੋਂ ਫੜ ਲਿਆ ਉਹਦੇ ਤੋਂ ਤੌਬਾ ਨਹੀਂ ਕਰਨੀ ਮੁੜ ਕੇ, ਚਾਹੇ ਕਿੰਨੇ ਵੀ ਦੁੱਖ ਮੁਸ਼ਕਿਲ ਆਉਣ। ਵਚਨ ਕਹਿੰਦਾ ਵੀ ਦੁੱਖ ਮਿੱਟੀ ਵਿੱਚੋਂ ਨਹੀਂ ਉੱਗਦਾ, ਕਹਿੰਦਾ ਉਹ ਕੋਈ ਦਰਖਤ ਨਹੀਂ ਆ ਜੋ ਉਗਰੀ ਜਾਏਗਾ, ਕਹਿੰਦਾ ਉਹ ਹਰੇਕ ਜ਼ਿੰਦਗੀ ਦੇ ਵਿੱਚ ਆਉਂਦਾ ਹੀ ਆ। ਇਹ ਗੱਲ ਅਯੂਬ ਨੇ ਕਹੀ ਆ, ਜਿਹੜਾ ਦੁਨੀਆ ਦਾ ਸਭ ਤੋਂ ਅਮੀਰ ਅਤੇ ਬਹੁਤ ਹੀ ਜ਼ਿਆਦਾ ਮੰਨਿਆ ਹੋਇਆ ਰਾਜਾ ਸੀ, ਜਿਹੜਾ ਪਰਮੇਸ਼ਰ ਦਾ ਵਫਾਦਾਰ ਸੀ, ਪੂਰੀ ਦੁਨੀਆ ਦੇ ਵਿੱਚ ਸਭ ਤੋਂ ਵੱਧ ਆਗਿਆਕਾਰ ਬੰਦਾ ਸੀ। ਉਹਨੇ ਆਪਣੇ ਦੁੱਖ ਦੇ ਸਮੇਂ ਦੇ ਵਿੱਚ ਵੀ ਪਰਮੇਸ਼ਰ ਦੇ ਪ੍ਰਤੀ ਆਪਣੀ ਆਗਿਆਕਾਰੀ ਨੂੰ ਨਹੀਂ ਛੱਡਿਆ। ਤਾਂ ਉਸ ਨੇ ਜਿਹਨੇ ਆਪਣੇ ਆਪ ਨੂੰ ਰੂੜੀ ਦੇ ਉੱਤੇ ਵੇਖਿਆ, ਕੋੜ ਦੇ ਵਿੱਚ ਵੇਖਿਆ, ਭੁੱਖ ਦੇ ਵਿੱਚ ਉਹਨੇ ਰਾਤਾਂ ਗੁਜ਼ਾਰੀਆਂ, ਪਤਾ ਨਹੀਂ ਕਿੰਨੇ ਹੀ ਸਾਲ ਉਸ ਗੰਦੇ ਕੋੜ ਦੇ ਨਾਲ ਔਰ ਉਸ ਰੂੜੀ ਦੇ ਉੱਤੇ ਭਿਖਾਰੀਆਂ ਦੀ ਤਰ੍ਹਾਂ ਉਹਨੇ ਜ਼ਿੰਦਗੀ ਕੱਟੀ। ਉਹ ਇਨਸਾਨ ਕਹਿ ਰਿਹਾ ਕਿ ਦੁੱਖ ਤਾਂ ਇਨਸਾਨ ਨੂੰ ਭੋਗਣੇ ਹੀ ਪੈਣਗੇ, ਕਿਉਂਕਿ ਇਨਸਾਨ ਜੰਮਦਾ ਹੀ ਦੁੱਖ ਭੋਗਣ ਦੇ ਲਈ ਆ। ਹਾਲੇਲੂਇਆ। ਅਯੂਬ ਨਬੀ ਦੀ ਕਹਾਣੀ ਤੋਂ ਅਸੀਂ ਸਾਰੇ ਬਹੁਤ ਚੰਗੇ ਤਰੀਕੇ ਨਾਲ ਵਾਕਿਫ ਹਾਂ। ਸਾਨੂੰ ਪਤਾ ਕਿ ਇੱਕ ਉਹ ਰਾਜਾ ਜਿਹੜਾ ਪੂਰੀ ਦੁਨੀਆ ਦਾ ਸਭ ਤੋਂ ਅਮੀਰ ਸੀ, ਉਹਨੇ ਭਿਖਾਰੀਆਂ ਦੀ ਤਰ੍ਹਾਂ ਜ਼ਿੰਦਗੀ ਕੱਟੀ। ਉਹਦੇ ਨਾਲੋਂ ਵੱਡੀ ਐਗਜ਼ਾਮਪਲ ਸਾਡੇ ਲਈ ਨਹੀਂ ਹੈਗੀ ਕਿ ਸਾਨੂੰ ਤੌਬਾ ਕਰਨੀ ਚਾਹੀਦੀ ਆ, ਸਾਨੂੰ ਪਰਮੇਸ਼ਰ ਦੇ ਨਾਲ ਵਫਾਦਾਰ ਬਣੇ ਰਹਿਣਾ ਚਾਹੀਦਾ, ਚਾਹੇ ਅਸੀਂ ਕਿਤੇ ਰਾਜਿਆਂ ਦੇ ਮਹਿਲ ਵਿੱਚ ਹੋਈਏ ਜਾਂ ਫਿਰ ਅਸੀਂ ਭੀਖ ਹੀ ਕਿਉਂ ਨਾ ਮੰਗਦੇ ਹੋਈਏ। ਪਰ ਐਟਲੀਸਟ ਅਸੀਂ ਇਸ ਯੋਗਤਾ ਨਹੀਂ ਸਤਾਏ ਗਏ ਨਾ ਕਿ ਸਾਨੂੰ ਭੀਖ ਮੰਗਣੀ ਪੈ ਜੇ ਜਾਂ ਸਾਡਾ ਪਰਿਵਾਰ ਸਾਡੇ ਤੋਂ ਖੋਹ ਲਿਆ ਜਾਵੇ। ਸਾਡੇ ਤੇ ਤਾਂ ਥੋੜ੍ਹੀਆਂ ਬਹੁਤ ਪ੍ਰੋਬਲਮਾਂ ਆ, ਥੋੜ੍ਹਾ ਬਹੁਤ ਸਾਡੇ ਤੇ ਦੁੱਖ ਮੁਸੀਬਤ ਆ ਜਾਂ ਗਰੀਬੀ ਆ, ਪਰ ਐਟਲੀਸਟ ਅਸੀਂ ਆਪਣੇ ਪਰਿਵਾਰ ਦੇ ਵਿੱਚ ਚੰਗੀ ਰੋਟੀ ਖਾ ਰਹੇ ਹਾਂ, ਸਾਨੂੰ ਭੀਖ ਨਹੀਂ ਮੰਗਣੀ ਪੈ ਰਹੀ, ਸਾਡਾ ਸਰੀਰ ਚੰਗਾ ਭਲਾ, ਸਾਨੂੰ ਕੋੜ ਨਹੀਂ ਲੱਗਿਆ ਹੋਇਆ ਹੈਗਾ, ਸਾਡੇ ਮਨ ਸਾਫ਼ ਨੇ, ਸਾਡੇ ਜ਼ਿੰਦਗੀਆਂ ਦੇ ਵਿੱਚ ਪ੍ਰਭੂ ਦਾ ਆਤਮਾ ਆਉਂਦਾ ਜਾਂਦਾ ਰਹਿੰਦਾ ਆ, ਸਾਡੇ ਕੋਲ ਪਰਮੇਸ਼ਰ ਦੇ ਵਚਨ ਪਹੁੰਚਦੇ ਨੇ ਜੋ ਸਾਨੂੰ ਹੌਸਲਾ ਦਿੰਦੇ ਆ, ਸਾਡੇ ਪਰਿਵਾਰ ਦੇ ਮੈਂਬਰ ਸਾਡੇ ਨਾਲ ਨੇ ਜੋ ਹਰ ਦੁੱਖ ਸੁੱਖ 'ਚ ਸਾਡੇ ਨਾਲ ਖੜੇ ਆ। ਉਸ ਇਨਸਾਨ ਦੇ ਕੋਲ ਜਿਹੜਾ ਪੂਰੇ ਦੁਨੀਆ ਦਾ ਅਮੀਰ ਸੀ, ਉਹਦੇ ਕੋਲ ਕੋਈ ਵੀ ਨਹੀਂ ਸੀ ਜੋ ਉਹਨੂੰ ਮਦਦ ਕਰੇ, ਪਰ ਸਾਰੇ ਹੀ ਉਹਨੂੰ ਪਰਮੇਸ਼ਰ ਦੇ ਖਿਲਾਫ ਭੜਕਾਉਣ ਵਾਲੇ ਸੀ। ਪਰ ਉਹਨੇ ਉਸ ਦੁੱਖ ਦੇ ਸਮੇਂ ਦੇ ਵਿੱਚ ਵੀ ਪਰਮੇਸ਼ਰ ਦੇ ਨਾਲ ਉਸੇ ਵਫਾਦਾਰੀ ਨੂੰ ਬਣਾਈ ਰੱਖਿਆ ਜਦੋਂ ਉਹ ਇੱਕ ਰਾਜਾ ਸੀ। ਉਸੇ ਤਰ੍ਹਾਂ ਚਾਹੇ ਸਾਡੀ ਜ਼ਿੰਦਗੀ 'ਚ ਕੋਈ ਦੁੱਖ ਆਵੇ, ਮੁਸ਼ਕਿਲ ਆਵੇ, ਮੁਸੀਬਤ ਆਵੇ, ਜੇ ਅਸੀਂ ਤੌਬਾ ਕਰ ਲਈ ਆ, ਉਸੇ ਤੌਬਾ ਦੇ ਵਿੱਚ ਬਣੇ ਰਹੋ, ਕਿਉਂਕਿ ਉਹ ਤੁਹਾਡੀ ਪ੍ਰੀਖਿਆ ਦੇ ਲਈ ਆਈ ਆ। ਅਸੀਂ ਸੰਸਾਰ ਨੂੰ ਪ੍ਰਾਪਤ ਕਰਨ ਨਹੀਂ ਆਏ। ਅਸੀਂ ਇਸ ਲਈ ਨਹੀਂ ਆਏ ਕਿ ਸਾਡੇ ਰੋਗ ਚੱਕ ਕੇ ਦਿੱਤੇ ਜਾਣ, ਅਸੀਂ ਇਸ ਲਈ ਨਹੀਂ ਆਏ ਕਿ ਸਾਡੀ ਗਰੀਬੀ ਬਦਲ ਦਿੱਤੀ ਜਾਵੇ, ਅਸੀਂ ਇਸ ਲਈ ਨਹੀਂ ਆਏ ਕਿ ਸਾਡੇ ਹਾਲਾਤ ਬਦਲ ਜਾਣ। ਅਸੀਂ ਸੰਸਾਰ ਵਿੱਚ ਇਸ ਲਈ ਆਏ ਆ ਕਿ ਤੌਬਾ ਕਰੀਏ ਤੇ ਆਪਣੇ ਆਪ ਨੂੰ ਪ੍ਰਭੂ ਦੇ ਹੱਥਾਂ ਵਿੱਚ ਸੌਂਪੀਏ ਅਤੇ ਉਹਦੀ ਮਰਜ਼ੀ ਨੂੰ ਮੰਗੀਏ ਔਰ ਉਹਨੂੰ ਪੂਰਾ ਕਰੀਏ। ਹਾਲੇਲੂਇਆ। ਅਸੀਂ ਉਸ ਸ਼ਰਾਪ ਤੋਂ ਜਿਹੜਾ ਆਦਮ ਤੇ ਹਵਾ ਦੇ ਜਨਮ ਸਮੇਂ ਤੋਂ ਲੈ ਕੇ ਹੁਣ ਤੱਕ ਸਾਡੇ ਨਾਲ ਆ, ਉਸ ਸ਼ਰਾਪ ਤੋਂ ਆਜ਼ਾਦ ਹੋਣਾ ਆ। ਆਦਮ ਤੇ ਹਵਾ ਨੇ ਮੌਤ ਨੂੰ ਹਰਾਇਆ ਨਹੀਂ ਸੀ, ਉਹਨਾਂ ਨੇ ਮੌਤ ਦੇ ਸਾਹਮਣੇ ਖੁਦ ਹਾਰ ਗਏ, ਪਰ ਅਸੀਂ ਉਸ ਮੌਤ ਨੂੰ ਹਰਾਉਣਾ ਆ, ਅਸੀਂ ਉਸ 'ਤੇ ਫਤਿਹ ਪਾਉਣੀ ਆ। ਸਾਡਾ ਮਕਸਦ ਸੰਸਾਰ ਨੂੰ ਪ੍ਰਾਪਤ ਕਰਨਾ ਨਹੀਂ, ਉਸ ਸਦਾ ਦੇ ਜੀਵਨ ਨੂੰ ਪ੍ਰਾਪਤ ਕਰਨਾ ਆ। ਉਹਦੇ ਲਈ ਅਸੀਂ ਸੰਸਾਰ ਦੇ ਵਿੱਚ ਪਾਪਾਂ 'ਚ ਨਹੀਂ ਪੈਣਾ, ਪਰ ਤੌਬਾ ਕਰਕੇ ਉਸ ਪਰਮੇਸ਼ਰ ਦੇ ਨਾਲ ਮਿਲੇ ਰਹਿਣਾ ਆ, ਕਿਉਂਕਿ ਸਦਾ ਦਾ ਜੀਵਨ ਉਹੀ ਸਾਨੂੰ ਦੇਵੇਗਾ ਔਰ ਉਹ ਜੀਵਨ ਦੇਣ ਦੇ ਲਈ ਸਾਨੂੰ ਤੌਬਾ ਕਰਨੀ ਹੀ ਪਵੇਗੀ। ਔਰ ਉਹ ਤੌਬਾ ਕਰਨ ਦੇ ਲਈ ਅਸੀਂ ਇੱਕ ਵਚਨ ਨੂੰ ਪੜਾਂਗੇ। ਅਸੀਂ ਕਿਹੜਾ ਵਚਨ ਬੋਲੀਏ ਜਿਹਦੇ ਨਾਲ ਸਾਡੇ ਤੌਬਾ ਕੀਤੀ ਜਾਵੇ ਔਰ ਉਸ ਵਚਨ ਨੂੰ ਅਸੀਂ ਅੰਗੀਕਾਰ ਕਰਦੇ ਰਹਿਣਾ। ਦਿਨ ਦੇ ਸਮੇਂ ਦੇ ਵਿੱਚ ਚੱਲਦੇ ਫਿਰਦੇ ਕੰਮ ਕਰਦੇ, ਜਦੋਂ ਵੀ ਅਸੀਂ ਹੋਵਾਂਗੇ ਫ੍ਰੀ ਜਾਂ ਕੰਮ ਵੀ ਕਰ ਰਹੇ ਹਾਂ, ਫ੍ਰੀ ਦੇ ਲਈ ਜ਼ਰੂਰੀ ਨਹੀਂ ਆ, ਤੁਹਾਡਾ ਮਾਈਂਡ ਹਮੇਸ਼ਾ ਫ੍ਰੀ ਰਹਿੰਦਾ, ਇਸ ਲਈ ਇਸ ਵਚਨ ਨੂੰ ਅਸੀਂ ਅੰਗੀਕਾਰ ਕਰਨਾ ਹੈ। ਵਚਨ ਅਸੀਂ ਪੜਾਂਗੇ ਜ਼ਬੂਰ 51 ਦੀ 9 ਔਰ 10 ਨੰਬਰ ਆਇਤ ਨੂੰ। ਮੇਰੇ ਪਾਪਾਂ ਵੱਲੋਂ ਮੂੰਹ ਫੇਰ ਲੈ ਅਤੇ ਮੇਰੀਆਂ ਸਾਰੀਆਂ ਬਦੀਆਂ ਨੂੰ ਮਿਟਾ ਦੇ। ਹੇ ਪਰਮੇਸ਼ਰ, ਮੇਰੇ ਲਈ ਇੱਕ ਪਾਕ ਮਨ ਉਤਪੰਨ ਕਰ ਅਤੇ ਮੇਰੇ ਅੰਦਰ ਨਵੇਂ ਸਿਰੇ ਤੋਂ ਸਥਿਰ ਆਤਮਾ ਵੀ। ਹਾਲੇਲੂਇਆ। ਪਰਮੇਸ਼ਰ ਦਾ ਵਚਨ ਸਾਨੂੰ ਕੀ ਦੱਸਦਾ ਕਿ ਮੇਰੇ ਪਾਪਾਂ ਦੇ ਵੱਲੋਂ ਮੂੰਹ ਫੇਰ ਲੈ। ਅਸੀਂ ਸਭ ਨੇ, ਜਿਹੜਾ ਵੀ ਚਾਹੁੰਦਾ ਹੈ ਕਿ ਮੈਂ ਸੱਚੇ ਮਨ ਦੇ ਨਾਲ ਤੌਬਾ ਕਰਨੀ ਆ ਤੇ ਪਰਮੇਸ਼ਰ ਮੈਨੂੰ ਮਾਫ ਕਰੇ, ਮੈਂ ਪ੍ਰਭੂ ਦੇ ਕੰਮਾਂ ਲਈ ਵਧਾਂਗਾ, ਮੈਂ ਸੱਚੀ ਤੌਬਾ ਕਰਾਂਗਾ, ਜੋ ਮੈਂ ਅੱਜ ਕਿਹਾ ਮੈਂ ਸਦਾ ਤੱਕ ਜਦ ਤੱਕ ਜਿਉਂਦਾ ਉਸੇ ਗੱਲ ਤੇ ਬਣਿਆ ਰਵਾਂਗਾ। ਉਹ ਭੈਣ ਭਾਈ ਜਿਹਨੇ ਬਹੁਤੇ ਪਾਪ ਕੀਤੇ ਨੇ, ਬਹੁਤੇ ਗੁਨਾਹ ਕੀਤੇ ਨੇ, ਜਿਹਦੇ ਕਰਕੇ ਅੱਜ ਉਹ ਸ਼ਰਮਿੰਦਾ ਆ, ਤਾਂ ਉਹ ਭੈਣ ਭਾਈ ਅੱਜ ਤੋਂ ਹੀ ਇਸ ਵਚਨ ਨੂੰ ਦਿਨ ਦੇ ਹਰ ਇੱਕ ਪਲ ਦੇ ਵਿੱਚ ਜਦੋਂ ਵੀ ਤੁਹਾਡਾ ਮਨ ਕਰ ਰਿਹਾ ਉਸੇ ਸਮੇਂ ਬੋਲੋ ਕਿ ਹੇ ਮੇਰੇ ਪਿਤਾ ਪਰਮੇਸ਼ਰ, ਮੇਰੇ ਪਾਪਾਂ ਵੱਲੋਂ ਮੂੰਹ ਫੇਰ ਲਾ, ਮੇਰੇ ਪਾਪਾਂ ਨੂੰ ਨਾ ਵੇਖ, ਪਰ ਮੇਰੀ ਸਾਰੀ ਬਦੀ ਨੂੰ ਮੇਰੇ ਤੋਂ ਦੂਰ ਕਰ ਦੇ, ਮਿਟਾ ਦੇ।
और मेरे अंदर एक पाक ते पवित्र मन पैदा कर, मेरे अंदर एक नवे सिरे तो बल भी दे, एक स्थिर आत्मा भी दे, ਜਿਹੜਾ ਮੈਨੂੰ बना के रखे तेरे विच, ਜਿਹੜਾ मैं तेरे विच ਬਣਿਆ रवां ते फिर तो ना गिरा। मैं पाप तो तौबा करदा पर तेरी राह ते ਬਣਿਆ रवां। सच्चे मन दे नाल ਜਿਹੜਾ इस वचन ਦਾ अंगीकार करेगा, सचमुच खुदावंद ਉਹਦੇ पापां ਨੂੰ फिर तो पिछे सिट देवेगा, ਉਹਨੂੰ कदे नहीं वेखेगा। क्योंकि वचन कहता कि भावें ਤੁਹਾਡੇ पाप लाल रंग दे क्यों ना होण, मैं कहता ਉਹਨਾਂ ਨੂੰ ਧੋਵਾਂਗਾ ਤੇ फिर तो ਤੁਹਾਨੂੰ सफेद कर देवांगा। हालेलुया। ਤਾਂ ਅੱਜ ਆਪਾਂ ਸਭ ਨੇ ਮਿਲ ਕੇ ਸੱਚੇ ਮਨ ਦੇ ਨਾਲ ਤੌਬਾ ਕਰਨੀ ਔਰ ਆਪਣੀ ਜ਼ਿੰਦਗੀ ਦੀ ਇੱਕ ਨਵੀਂ ਸ਼ੁਰੂਆਤ ਕਰਨੀ, ਤਾਂ ਕਿ ਪਰਮੇਸ਼ਰ ਸਾਨੂੰ ਬਲੈਸ ਕਰੇ, ਚੰਗਿਆ ਕਰੇ, ਆਸ਼ੀਸ਼ਿਤ ਕਰੇ, ਸਾਡੇ ਪਾਪਾਂ ਨੂੰ ਮਾਫ ਕਰੇ ਤੇ ਸਾਨੂੰ ਨਵੇਂ ਸਿਰੇ ਦਾ ਸਥਿਰ ਆਤਮਾ ਦੇਵੇ, ਜਿਹਦੇ ਵਸੀਲੇ ਅਸੀਂ ਵਫਾਦਾਰੀ ਦੇ ਨਾਲ ਉਹਦੇ ਪਿੱਛੇ ਚੱਲ ਸਕੀਏ। ਹਾਲੇਲੂਇਆ। ਤਾਂ ਉਸ ਇਹਨਾਂ ਵਚਨਾਂ ਦੇ ਦੁਆਰਾ ਪਰਮੇਸ਼ਰ ਦੀ ਹਜ਼ੂਰੀ ਵਿੱਚ ਪ੍ਰਾਰਥਨਾ ਕਰਾਂਗੇ। ਹਾਲੇਲੂਇਆ, 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 ਹਾਲੇਲੂਇਆ। ਧੰਨਵਾਦ, 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 ਧੰਨਵਾਦ ਕਰਦੇ ਖੁਦਾਵੰਦ ਖੁਦਾ ਪਵਿੱਤਰ ਪਰਮੇਸ਼ਰ, ਤੁਹਾਡੀ ਪਵਿੱਤਰ ਹਜ਼ੂਰੀ ਅੱਗੇ ਝੁਕਦੇ ਹਾਂ ਪ੍ਰਭੂ ਜੀ, ਤੁਹਾਡੇ ਨਾਮ ਨੂੰ ਮਹਿਮਾ ਤੇ ਵਡਿਆਈ ਦਿੰਦੇ ਖੁਦਾਵੰਦ। ਅੱਜ ਦੇ ਦਿਨ ਦੇ ਲਈ ਤੁਹਾਡਾ ਧੰਨਵਾਦ ਕਰਦੇ ਪਰਮੇਸ਼ਰ ਪਿਤਾ, ਸੱਚਮੁੱਚ ਅੱਜ ਦੇ ਦਿਨ ਦੀ ਕਿਰਪਾ ਦੇ ਲਈ ਤੁਹਾਡਾ ਸ਼ੁਕਰ ਕਰਦੇ ਹਾਂ ਪ੍ਰਭੂ ਜੀ। ਆਪਣੀ ਦਇਆ ਕਿਰਪਾ ਦੇ ਨਾਲ ਸਾਨੂੰ ਭਰੋ ਪਿਤਾ ਪਰਮੇਸ਼ਰ, ਜਿੱਦਾਂ ਰਾਤ ਦੇ ਵੇਲੇ ਤੁਸੀਂ ਸਾਨੂੰ ਸੰਭਾਲਿਆ ਖੁਦਾਵੰਦਾ, ਦਿਨ ਦੇ ਹਰ ਇੱਕ ਪਲ ਦੇ ਵਿੱਚ ਵੀ ਇਸੇ ਤਰ੍ਹਾਂ ਸੰਭਾਲ ਕੇ ਰੱਖੋ ਪਰਮੇਸ਼ਰ ਪਿਤਾ। ਤੁਹਾਡੇ ਦੂਤ ਸਾਡੀ ਰਕਸ਼ਾ, ਹਿਫਾਜ਼ਤ ਕਰਨ, ਮਦਦ, ਸਹਾਇਤਾ, ਅਗਵਾਈ ਕਰਨ ਪਿਤਾ ਜੀ। ਆਪਣੇ ਆਤਮਾ ਦੇ ਵਸੀਲੇ ਸਾਨੂੰ ਬਲੈਸ ਕਰੋ, ਚੰਗਿਆ ਕਰੋ, ਆਜ਼ਾਦ ਕਰੋ ਪਿਤਾ। ਆਪਣੀ ਦਇਆ ਕਿਰਪਾ ਨਾਲ ਭਰਾ ਪਿਤਾ ਪਰਮੇਸ਼ਰ। ਸੱਚਮੁੱਚ ਅਸੀਂ ਆਪਣੀ ਬੀਤੀ ਜ਼ਿੰਦਗੀ ਦੇ ਵਿੱਚ ਅਨੇਕਾਂ ਹੀ ਗਲਤੀਆਂ ਤੇ ਗੁਨਾਹ ਕੀਤੇ ਨੇ ਖੁਦਾਵੰਦ, ਜਾਣੇ ਜਾਂ ਅਣਜਾਣੇ ਦੇ ਵਿੱਚ ਜੋ ਕੀਤੇ ਗੁਨਾਹ ਨੇ ਪਿਤਾ, ਉਹਨਾਂ ਸਾਰੇ ਗੁਨਾਹਾਂ ਤੋਂ ਸਾਨੂੰ ਮਾਫ ਕਰੋ ਪਿਤਾ ਪਰਮੇਸ਼ਰ। ਬਹੁਤ ਵਾਰ ਅਸੀਂ ਆਪਣੇ ਮਾਤਾ ਪਿਤਾ ਦੀ ਅਣਆਗਿਆਕਾਰੀ ਕੀਤੀ ਪਿਤਾ ਪਰਮੇਸ਼ਰ, ਬੁਰੇ ਸ਼ਬਦਾਂ ਦੇ ਨਾਲ ਉਹਨਾਂ ਨੂੰ ਬੋਲੇ ਪਿਤਾ, ਆਪਣੇ ਭੈਣਾਂ ਭਾਈਆਂ ਦੇ ਨਾਲ ਬੁਰਾ ਬਿਹੇਵ ਕੀਤਾ ਪਿਤਾ, ਆਪਣੇ ਆਂਢੀਆਂ ਗੁਆਂਢੀਆਂ ਦੇ ਨਾਲ ਈਰਖਾ ਕੀਤੀ ਪਿਤਾ ਪਰਮੇਸ਼ਰ, ਦੁਸ਼ਮਣੀ ਅਤੇ ਵੈਰ ਭਾਵਨਾ ਨੂੰ ਆਪਣੇ ਅੰਦਰ ਰੱਖਿਆ ਖੁਦਾਵੰਦ, ਈਰਖਾ ਤੇ ਵੈਰ ਵਿਰੋਧ ਨੂੰ ਨਾ ਛੱਡਿਆ ਪਿਤਾ। ਬਹੁਤ ਵਾਰ ਅਸੀਂ ਬਹੁਤਿਆਂ ਦਾ ਬੁਰਾ ਚਾਹਿਆ ਪਿਤਾ ਪਰਮੇਸ਼ਰ, ਅਸੀਂ ਭਲਾ ਕਰ ਸਕਦੇ ਸੀ ਪਰ ਅਸੀਂ ਉਸ ਨੂੰ ਕਰਨ ਤੋਂ ਇਨਕਾਰ ਕੀਤਾ। ਅਸੀਂ ਤੁਹਾਡੀ ਦਇਆ ਨੂੰ ਨਹੀਂ ਮੰਗਿਆ ਪਿਤਾ ਪਰਮੇਸ਼ਰ, ਪਰ ਸੰਸਾਰਿਕ ਚੀਜ਼ਾਂ ਵਿੱਚ ਲੱਗੇ ਰਹੇ ਖੁਦਾਵੰਦ, ਗਲਤ ਸੰਗਤੀ ਵਿੱਚ ਬੈਠ ਕੇ ਗਲਤ ਚੀਜ਼ਾਂ ਨੂੰ ਵੇਖਿਆ ਤੇ ਗਲਤ ਕੰਮਾਂ ਨੂੰ ਕਰਿਆ ਖੁਦਾਵੰਦ। ਇਹਨਾਂ ਸਾਰਿਆਂ ਹੀ ਗਲਤੀਆਂ ਗੁਨਾਹਾਂ ਤੋਂ ਤੌਬਾ ਕਰਦੇ ਹਾਂ ਪਿਤਾ ਜੀ। ਪਰਾਏ ਮਰਦ ਪਰਾਈ ਔਰਤ ਦੀ ਲਾਲਸਾ ਰੱਖੀ ਖੁਦਾਵੰਦ, ਬੁਰਿਆਂ ਦੀ ਮੰਡਲੀ ਵਿੱਚ ਬੈਠ ਕੇ ਪਰਮੇਸ਼ਰ ਦਾ ਮਖੌਲ ਉਡਾਇਆ ਪਿਤਾ, ਗਰੀਬ ਦੁਖੀ ਮਸਕੀਨ ਨੂੰ ਹੋਰ ਵੀ ਸਤਾਇਆ ਪਿਤਾ ਪਰਮੇਸ਼ਰ। ਜ਼ਰੂਰਤਮੰਦ ਤੋਂ ਅਸੀਂ ਮੂੰਹ ਫੇਰ ਲਿਆ ਪਿਤਾ ਪਰਮੇਸ਼ਰ, ਆਪਣੇ ਕੰਮਾਂ ਦੇ ਵਿੱਚ ਵਫਾਦਾਰੀ ਵਿੱਚ ਨਾ ਚੱਲ ਕੇ ਪਰ ਰਿਸ਼ਵਤਖੋਰੀ ਨੂੰ ਪਹਿਲ ਦਿੱਤੀ ਪਿਤਾ। ਅਸੀਂ ਹਰ ਇੱਕ ਨੂੰ ਤੁੱਛ ਜਾਣਿਆ ਪਰ ਆਪਣੇ ਆਪ ਨੂੰ ਉੱਤਮ ਅਤੇ ਮਹਾਨ ਸਮਝਿਆ ਪਿਤਾ ਪਰਮੇਸ਼ਰ। ਸਾਡੇ ਗਲਤੀਆਂ ਗੁਨਾਹਾਂ ਦੇ ਕਾਰਨ ਜੋ ਦੁੱਖ ਸਾਡੀ ਜ਼ਿੰਦਗੀ 'ਚ ਆਏ, ਉਹਦਾ ਦੋਸ਼ੀ ਅਸੀਂ ਆਪਣੇ ਪਰਿਵਾਰ ਨੂੰ ਜਾਂ ਪਰਮੇਸ਼ਰ ਨੂੰ ਠਹਿਰਾਇਆ। ਸਾਡੇ ਗਰੀਬੀ ਦੇ ਜੋ ਹਾਲਾਤ ਨੇ ਪਿਤਾ, ਇਸ ਦੇ ਸਮੇਂ ਦੇ ਵਿੱਚ ਅਸੀਂ ਤੁਹਾਡੇ ਖਿਲਾਫ ਕੁੜਕੁੜਾਏ ਪਿਤਾ, ਦੁੱਖਾਂ ਮੁਸ਼ਕਿਲਾਂ ਮੁਸੀਬਤਾਂ ਦੇ ਉੱਤੇ ਫਤਿਹ ਨਹੀਂ ਪਾਈ ਪਰ ਉਹਨੂੰ ਆਪਣੇ ਉੱਤੇ ਹਾਵੀ ਹੋਣ ਦਿੱਤਾ ਖੁਦਾਵੰਦ। ਇਹਨਾਂ ਸਾਰੀਆਂ ਗਲਤੀਆਂ ਦੇ ਲਈ ਤੌਬਾ ਕਰਦੇ ਹਾਂ ਪਰਮੇਸ਼ਰ ਪਿਤਾ। ਸ਼ੈਤਾਨ ਦੇ ਸਾਹਮਣੇ ਡਰ ਗਏ ਅਤੇ ਕਮਜ਼ੋਰ ਹੋ ਗਏ, ਉਸ ਹਾਰੇ ਅਤੇ ਸ਼ੈਤਾਨ ਨੂੰ ਪਿਤਾ ਅਸੀਂ ਆਪਣੇ ਉੱਤੇ ਇੱਕ ਹਾਵੀ ਹੋਣ ਦਿੱਤਾ ਪਿਤਾ ਪਰਮੇਸ਼ਰ। ਅਸੀਂ ਆਪਣੇ ਸ਼ਬਦਾਂ ਨੂੰ ਗਲਤ ਤਰੀਕੇ ਨਾਲ ਇਸਤੇਮਾਲ ਕੀਤਾ, ਅਸੀਂ ਉਸ ਨੂੰ ਖੁਦ ਇਨਵਾਈਟ ਕੀਤਾ ਪਿਤਾ, ਪਰ ਅੱਜ ਅਸੀਂ ਆਪਣੇ ਜਾਣੇ ਜਾਂ ਅਣਜਾਣੇ ਵਿੱਚ ਹੋਏ ਸਾਰੇ ਹੀ ਗਲਤੀਆਂ ਤੇ ਗੁਨਾਹਾਂ ਤੋਂ ਤੌਬਾ ਕਰਦੇ ਹਾਂ ਪ੍ਰਭੂ ਜੀ। ਤੁਸੀਂ ਵਚਨ ਦੇ ਵਿੱਚ ਕਿਹਾ ਖੁਦਾਵੰਦ ਕਿ ਜਦ ਇੱਕ ਪਾਪੀ ਪਾਪ ਤੋਂ ਮੁੜੇ ਅਤੇ ਸੱਚੇ ਦਿਲ ਤੋਂ ਤੌਬਾ ਕਰੇ ਤਾਂ ਪਰਮੇਸ਼ਰ ਵਫਾਦਾਰ ਅਤੇ ਧਰਮੀ ਆ, ਜੋ ਉਹਦੇ ਸਾਰੇ ਪਾਪਾਂ ਨੂੰ ਮਾਫ ਕਰੇਗਾ ਅਤੇ ਉਹਨੂੰ ਫਿਰ ਤੋਂ ਸ਼ੁੱਧ ਪਵਿੱਤਰ ਅਤੇ ਆਜ਼ਾਦ ਕਰੇਗਾ ਖੁਦਾਵੰਦ। ਅੱਜ ਜਿੰਨੇ ਵੀ ਭੈਣਾਂ ਭਾਈਆਂ ਨੇ ਸੱਚੇ ਮਨ ਦੇ ਨਾਲ ਆਪਣੇ ਗੁਨਾਹਾਂ ਨੂੰ, ਆਪਣੀਆਂ ਗਲਤੀਆਂ ਨੂੰ ਕਬੂਲਿਆ ਪਿਤਾ, ਹਰ ਇੱਕ ਦੀ ਜ਼ਿੰਦਗੀ ਦੇ ਵਿੱਚ ਸਹੀ ਤਰੀਕੇ ਦੇ ਨਾਲ ਅੱਜ ਤੋਂ ਤੁਹਾਡਾ ਹੀ ਪਵਿੱਤਰ ਆਤਮਾ ਕੰਮ ਕਰੇ। ਅੱਜ ਤੋਂ ਇਹਨਾਂ ਦੀ ਜ਼ਿੰਦਗੀ ਦੀ ਇੱਕ ਨਵੀਂ ਸ਼ੁਰੂਆਤ ਹੋਵੇ ਪਿਤਾ। ਅੱਜ ਦੀ ਤੌਬਾ ਇਹਨਾਂ ਦੀ ਜ਼ਿੰਦਗੀ 'ਚ ਸਦਾ ਲਈ ਬਣੀ ਰਵੇ ਪਿਤਾ ਪਰਮੇਸ਼ਰ। ਇਹਨਾਂ ਦੇ ਪਾਪ ਮਿਟਾ ਦਿੱਤੇ ਜਾਣ ਖੁਦਾਵੰਦ, ਪਰ ਤੁਹਾਡੀ ਹਜ਼ੂਰੀ ਦੇ ਵਿੱਚੋਂ ਦਇਆ ਅਤੇ ਕਿਰਪਾ ਇਹਨਾਂ ਦੀਆਂ ਜ਼ਿੰਦਗੀਆਂ ਦੇ ਵਿੱਚ ਉਤਰ ਆਵੇ ਖੁਦਾਵੰਦ। ਤੁਸੀਂ ਵਚਨ ਦੇ ਵਿੱਚ ਕਿਹਾ ਕਿ ਮਨੁੱਖ ਤਾਂ ਪੈਦਾ ਹੀ ਕਸ਼ਟ ਭੋਗਣ ਦੇ ਲਈ ਹੋਇਆ ਆ ਖੁਦਾਵੰਦ, ਇਸ ਲਈ ਇਹਨਾਂ ਦੀ ਜ਼ਿੰਦਗੀ ਚਾਹੇ ਅੱਜ ਤੋਂ ਕੋਈ ਵੀ ਦੁੱਖ, ਮੁਸ਼ਕਿਲ, ਮੁਸੀਬਤਾਂ, ਪਰੇਸ਼ਾਨੀਆਂ ਕਿਉਂ ਨਾ ਆ ਜਾਣ ਪਿਤਾ ਪਰਮੇਸ਼ਰ, ਪਰ ਇਹਨਾਂ ਦਾ ਵਫਾਦਾਰੀ ਦਾ ਆਤਮਾ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਬਣਿਆ ਰਵੇ ਅਤੇ ਬਹੁਤਾਇਤ ਦੇ ਨਾਲ ਕੰਮ ਕਰੇ। ਤੁਹਾਡੀ ਵੱਡੀ ਦਇਆ ਅਤੇ ਕਿਰਪਾ ਨੂੰ ਪਰਮੇਸ਼ਰ ਪਿਤਾ ਇਹਨਾਂ ਦੀਆਂ ਜ਼ਿੰਦਗੀਆਂ ਦੇ ਵਿੱਚ ਮੰਗਦੇ ਪਿਤਾ। ਸੱਚੇ ਦਿਲ ਤੋਂ ਕੀਤੀ ਤੌਬਾ ਦਾ ਪ੍ਰਤੀਫਲ ਅੱਜ ਇਹਨਾਂ ਦੀਆਂ ਜ਼ਿੰਦਗੀਆਂ 'ਚ ਉਤਰ ਆਵੇ ਪਿਤਾ ਪਰਮੇਸ਼ਰ। ਜਦ ਵੀ ਇਹ ਪਰਖਿਆ ਤੇ ਪਰਤਿਆਏ ਜਾਣ ਪਿਤਾ, ਉਸ ਪਰਤਿਆਵੇ ਦੇ ਵਿੱਚ ਇਹ ਖਰੇ ਉਤਰਨ।
ਤੁਹਾਡੇ ਸੱਚੇ ਗਿਆਨ ਔਰ ਪਵਿੱਤਰ ਆਤਮਾ ਦੀ ਤਲਾਸ਼ ਦੇ ਵਿੱਚ ਲੱਗੇ ਰਹਿਣ। ਖੁਦਾਵੰਦ ਸੱਚਮੁੱਚ ਅੱਜ ਤੋਂ ਜਦ ਇਸ ਵਚਨ ਨੂੰ ਅੰਗੀਕਾਰ ਕਰਨ ਤਾਂ ਤੁਸੀਂ ਇਹਨਾਂ ਦੇ ਪਾਪਾਂ ਤੋਂ ਸੱਚਮੁੱਚ ਮੂੰਹ ਫੇਰ ਲੈਣਾ ਪਿਤਾ ਜੀ। ਇਹਨਾਂ ਦੀਆਂ ਬਦੀਆਂ ਨੂੰ ਅੱਜ ਤੁਸੀਂ ਮਿਟਾ ਦੇਣਾ ਪਿਤਾ ਪਰਮੇਸ਼ਰ। ਅੱਜ ਸੱਚਮੁੱਚ ਇਹਨਾਂ ਦੇ ਅੰਦਰ ਇੱਕ ਪਾਕ ਮਨ ਉਤਪੰਨ ਕੀਤਾ ਜਾਵੇ ਖੁਦਾਵੰਦ, ਔਰ ਨਵੇਂ ਸਿਰੇ ਤੋਂ ਨਵਾਂ ਬਲ, ਆਨੰਦ ਅਤੇ ਪਵਿੱਤਰ ਆਤਮਾ ਜਿਹੜਾ ਸਥਿਰ ਆਤਮਾ ਹੈ ਖੁਦਾਵੰਦ, ਉਹ ਇਹਨਾਂ ਦੇ ਵਿੱਚ ਸਥਿਰ ਰਵੇ। ਇੱਧਰ ਉੱਧਰ ਨਾ ਭਟਕਣ ਪਰ ਤੁਹਾਡੇ ਹੀ ਰਾਹਾਂ ਤੇ ਚੱਲਦੇ ਜਾਣ ਪਿਤਾ। ਇਹ ਆਪਣੇ ਮਾਂ-ਬਾਪ ਅਤੇ ਤੁਹਾਡੇ ਨਾਮ ਨੂੰ ਰੋਸ਼ਨ ਕਰਨ ਵਾਲੇ ਹੋ ਜਾਣ ਪਿਤਾ। ਤੁਹਾਡੀ ਵਫਾਦਾਰੀ, ਦਇਆ, ਭਲਾਈ ਇਹਨਾਂ ਦਾ ਜਿਉਣ ਭਰ ਪਿੱਛਾ ਕਰੇ। ਅੱਜ ਸਾਰਿਆਂ ਦੀ ਮਾਫੀ ਨੂੰ ਸਵਰਗਰਾਜ ਵਿੱਚ ਰਿਲੀਜ਼ ਕਰਦੇ ਹੋਏ ਖੁਦਾਵੰਦ ਸਥਿਰ ਆਤਮਾ ਤੇ ਪਾਕ ਮਨ ਨੂੰ ਇਹਨਾਂ ਦੇ ਅੰਦਰ ਉਤਪੰਨ ਕਰਦੇ ਹੋਏ ਪ੍ਰਭੂ ਜੀ, ਇਸ ਪ੍ਰਾਰਥਨਾ ਨੂੰ ਤੁਹਾਡੇ ਸਾਮਰਥੀ ਨਾਮ ਦੇ ਵਿੱਚ ਸਾਰੇ ਹੀ ਮਿਲ ਕੇ ਮੰਗਦੇ ਹਾਂ। ਆਮੀਨ, ਆਮੀਨ, ਆਮੀਨ। ਅੱਜ ਸ਼ਾਮ ਦੇ ਸਮੇਂ ਦੇ ਵਿੱਚ ਖਾਸ ਤੌਰ ਤੇ ਚਮੜੀ ਦੇ ਰੋਗਾਂ ਲਈ ਪ੍ਰਾਰਥਨਾ ਕੀਤੀ ਜਾਵੇਗੀ। ਜਿਨ੍ਹਾਂ ਦੇ ਸਕਿਨ ਦੇ ਉੱਤੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਆ, ਚਮੜੀ ਦੇ ਸਾਰੇ ਹੀ ਰੋਗਾਂ ਦੇ ਲਈ ਅੱਜ ਸ਼ਾਮ ਦੇ ਸਮੇਂ ਦੇ ਵਿੱਚ ਖਾਸ ਤੌਰ ਤੇ ਪ੍ਰਾਰਥਨਾ ਕੀਤੀ ਜਾਵੇਗੀ। ਤੁਸੀਂ ਆਪਣੇ ਨਾਮ YouTube ਕਮੈਂਟ ਦੇ ਦੁਆਰਾ ਜਾਂ ਫਿਰ ਪ੍ਰੇਅਰ ਲਾਈਨ ਨੰਬਰ ਤੇ ਕਾਲ ਕਰਕੇ ਲਿਖਵਾ ਸਕਦੇ ਹੋ। ਨਾਮ ਲਿਖਵਾਉਣ ਦਾ ਸਮਾਂ ਦੁਪਹਿਰ 3 ਵਜੇ ਤੱਕ ਹੈ। ਔਰ ਜੇ ਕੋਈ ਤੁਹਾਡੀ ਹੋਰ ਪ੍ਰੇਅਰ ਰਿਕੁਐਸਟ ਆ, ਕਿਸੇ ਹੋਰ ਵਿਸ਼ੇ ਲਈ ਪ੍ਰਾਰਥਨਾ ਕਰਨਾ ਚਾਹੁੰਦੇ ਹੋ, ਉਹਦੇ ਲਈ ਤੁਸੀਂ ਪ੍ਰੇਅਰ ਲਾਈਨ ਨੰਬਰ ਤੇ ਕਾਲ ਕਰਕੇ ਪ੍ਰੇਅਰ ਕਰਵਾ ਸਕਦੇ ਹੋ। ਪ੍ਰੇਅਰ ਲਾਈਨ ਦਾ ਸਮਾਂ ਸਵੇਰੇ 8 ਤੋਂ ਲੈ ਕੇ ਸ਼ਾਮ ਦੇ 8 ਵਜੇ ਤੱਕ ਹੈ।